ਸਵਾਗਤ ਹੈ ਦੋਸਤੋ ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ ਜੇ ਤੁਹਾਨੂੰ ਇਹ ਪਤਾ ਲੱਗੇ ਕਿ ਭਾਰਤ ਦੇਸ਼ ਦੀ ਕਿਸੇ ਜੇਲ੍ਹ ਦੇ ਵਿੱਚ ਕੋਈ ਬਰਤਾਨੀਆ ਦਾ ਨਾਗਰਿਕ ਪਿਛਲੇ 4-5 ਵਰ੍ਹਿਆਂ ਤੋਂ ਬੰਦ ਹੈ ਔਰ ਤੁਹਾਨੂੰ ਨਾਲ ਇਹ ਵੀ ਪਤਾ ਲੱਗੇ ਕਿ ਹੁਣ UNO ਦੀ ਰਿਪੋਰਟ ਜਾਂ UNO ਇਹ ਕਹਿ ਰਿਹਾ ਹੋਵੇ ਕਿ ਭਾਰਤ ਨੇ ਉਸ ਸ਼ਖਸ ਨੂੰ ਬਿਨਾਂ ਕਿਸੇ ਗੱਲੋਂ ਨਜਾਇਜ਼ ਹੀ ਰੱਖਿਆ ਹੋਇਆ, ਰੱਖਣ ਦਾ ਜੇਲ੍ਹ ਦੇ ਵਿੱਚ ਕੋਈ ਜਿੱਦਾਂ ਕਹਿ ਲਓ ਕੋਈ ਖਾਸ ਵਜ੍ਹਾ ਨਹੀਂ ਹੈਗੀ, ਬਸ ਐਵੇਂ ਰੱਖਿਆ ਹੋਇਆ ਕਿ ਪਿਛਲੇ 4 ਸਾਲਾਂ ਦੇ ਵਿੱਚ ਜਦੋਂ ਤੋਂ ਲੈ ਕੇ ਉਹ ਸ਼ਖਸ ਜੇਲ੍ਹ ਦੇ ਵਿੱਚ ਬੰਦ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੋਂ ਦੀ ਹਕੂਮਤ ਉਸ ਸ਼ਖਸ ਦੇ ਖਿਲਾਫ ਕੋਈ ਵੀ ਪੁਖਤਾ ਸਬੂਤ ਪੇਸ਼ ਨਹੀਂ ਕਰ ਸਕੀ ਹੈ ਕਿ ਉਹ ਗੁਨਾਹਗਾਰ ਹੈ। ਮੈਂ ਗੱਲ ਕਰ ਰਿਹਾ ਜੱਗੀ ਜੌਲ ਦੀ, ਜਗਤਾਰ ਸਿੰਘ ਜੱਗੀ ਜੌਲ, ਜਿਹੜੇ ਕਿ ਸਨ 2017 ਦੇ ਵਿੱਚ ਭਾਰਤ ਆਉਂਦੇ ਨੇ, ਬਰਤਾਨੀਆ ਦੇ ਨਾਗਰਿਕ ਹੈਗੇ ਨੇ, ਉਹ ਉੱਥੋਂ ਦੀ ਸਿਟੀਜ਼ਨਸ਼ਿਪ ਹੈ ਉਹਨਾਂ ਦੇ ਕੋਲ ਔਰ ਉਹ ਜਦੋਂ ਭਾਰਤ ਆਉਂਦੇ ਆ ਅਤੇ ਇੱਥੇ ਆ ਕੇ ਵਿਆਹ ਕਰਵਾਉਂਦੇ ਆ। ਵਿਆਹ ਤੋਂ ਕੁਛ ਦਿਨਾਂ ਬਾਅਦ ਹੀ ਉਹਨਾਂ ਦੇ ਨਾਲ ਆ ਸਾਰਾ ਕੁਛ ਵਾਪਰਦਾ ਹੈਗਾ। ਉਹਨਾਂ ਨੂੰ ਇੱਥੋਂ ਦੀ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਜਾਂਦਾ ਹੈਗਾ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਵੱਖ-ਵੱਖ ਜੇਲ੍ਹਾਂ ਵਿੱਚ, ਪਹਿਲਾਂ ਨਾਭੇ ਜੇਲ੍ਹ ਦੇ ਵਿੱਚ ਬੰਦ ਰਹੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਸ ਵੇਲੇ ਜਗਤਾਰ ਸਿੰਘ ਜੱਗੀ ਜੌਹਲ, ਜਿਨ੍ਹਾਂ ਨੂੰ ਆਖਿਆ ਜਾਂਦਾ ਜੱਗੀ ਜੌਲ ਦੇ ਨਾਂ ਤੋਂ ਮਸ਼ਹੂਰ ਨੇ ਜ਼ਿਆਦਾਤਰ, ਜੱਗੀ ਜੌਲ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਦੇ ਅੰਦਰ ਬੰਦ ਹੈ। ਮੈਂ ਕੁਝ ਖਾਸ ਗੱਲਾਂ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ ਜੱਗੀ ਜੌਲ ਦੇ ਸੰਬੰਧ ਵਿੱਚ। ਜਿਹੜੀ UNO ਦੀ ਰਿਪੋਰਟ ਆਈ ਹੈਗੀ ਆ ਉਹਦੇ ਬਾਰੇ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਕਿ ਉਸ ਰਿਪੋਰਟ ਦੇ ਵਿੱਚ ਕੀ ਹੈਗਾ। ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਹੈਗਾ ਉਹ ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖਣਾ ਚਾਹੂੰਗਾ, ਪਹਿਲਾਂ ਰੱਖ ਦੇਣਾ, ਜਾਂਦੇ ਜਾਂਦੇ ਅਖੀਰ ਦੇ ਵਿੱਚ ਫਿਰ ਮੈਂ ਦੁਬਾਰਾ ਰਿਪੀਟ ਕਰ ਦੂੰਗਾ। ਉਹ ਜਿਹੜਾ ਸਵਾਲ ਹੈ, ਸਵਾਲ ਇਹ ਹੈ ਕਿ ਇੱਕ ਉਹ ਸ਼ਖਸ ਜਿਹਦੇ ਬਾਬਤ ਮੈਂ ਗੱਲ ਕਰਕੇ ਹਟਿਆ, ਜੱਗੀ ਜੌਲ, ਜੱਗੀ ਜੌਹਲ ਹੋਵੇ ਜਾਂ ਕੋਈ ਹੋਰ ਨਾਗਰਿਕ ਹੋਵੇ ਜਿਹੜਾ ਬਰਤਾਨੀਆ ਦਾ ਨਾਗਰਿਕ ਹੋਵੇ ਔਰ ਉਹ ਭਾਰਤ ਦੀ ਕਿਸੇ ਜੇਲ੍ਹ ਦੇ ਵਿੱਚ ਬੰਦ ਹੋਵੇ ਔਰ ਉਹ UNO ਰਿਪੋਰਟ ਇਹ ਦੇਵੇ ਕਿ ਇਹ ਸ਼ਖਸ ਬੇਕਸੂਰ ਹੈ, ਐਵੇਂ ਰੱਖਿਆ ਹੋਇਆ, ਇਹਦੀ ਗ੍ਰਿਫਤਾਰੀ ਦਾ ਕੋਈ ਆਧਾਰ ਨਹੀਂ ਹੈਗਾ, ਬੇਮਾਇਨੇ ਹੈ ਸਾਰਾ ਕੁਛ, ਫਿਰ ਵੀ ਉਹ ਸ਼ਖਸ ਭਾਰਤ ਦੀ ਕਿਸੇ ਜੇਲ੍ਹ ਵਿੱਚ ਹਾਲੇ ਤੱਕ ਬੰਦ ਕਿਉਂ ਹੋਵੇ? ਸਵਾਲ ਵੱਡਾ ਇਹ ਹੈਗਾ। ਕੀ ਲੱਗਦਾ ਤੁਹਾਨੂੰ ਕਿ ਫਿਰ ਵੀ ਉਹ ਬੰਦ ਕਿਉਂ ਹੈ? ਫਿਰ ਜਿਹੜੀ ਬਰਤਾਨੀਆ ਦੀ ਸਰਕਾਰ ਹੈਗੀ ਆ, ਜਿੱਥੋਂ ਦਾ ਨਾਗਰਿਕ ਹੈ, ਫਿਰ ਉਹ ਭਾਰਤ ਦੇ ਸ਼ਿਕੰਜੇ ਦੇ ਵਿੱਚੋਂ ਉਸ ਸ਼ਖਸ ਨੂੰ, ਆਪਣੇ ਮੁਲਕ ਦੇ ਸ਼ਖਸ ਨੂੰ ਛੁਡਾ ਕੇ ਵਾਪਸ ਕਿਉਂ ਨਹੀਂ ਲੈ ਜਾਂਦੀ? ਇਹ ਇੱਕ ਸਵਾਲ ਹੈਗਾ। ਤੁਸੀਂ ਆਪਣੀ ਸਮਰੱਥਾ ਦੇ ਮੁਤਾਬਕ ਜ਼ਰੂਰ ਜਵਾਬ ਦੇਣ ਦੀ ਕੋਸ਼ਿਸ਼ ਕਰਿਓ ਕਿ ਫਿਰ ਉਹ ਬਰਤਾਨੀਆ ਦੀ ਹਕੂਮਤ ਜਾਂ UNO ਭਾਰਤ ਵਿੱਚ, ਜੇ ਉਹਨਾਂ ਨੂੰ ਲੱਗਦਾ, ਜੇ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਜੋ ਆਖਿਆ ਹੈਗਾ, ਫਿਰ ਉਹ ਜੱਗੀ ਜੌਹਲ ਨੂੰ ਭਾਰਤ ਦੇ ਕਬਜ਼ੇ ਵਿੱਚੋਂ ਛੁਡਵਾ ਕੇ ਲੈ ਕਿਉਂ ਨਹੀਂ ਜਾਂਦੇ? ਇਹ ਸਵਾਲ ਵਾ। ਕੀ ਫਿਰ ਇਹ ਨਾ ਮੰਨਿਆ ਜਾਵੇ ਕਿ ਜੇ ਉਹ ਇਹ ਗੱਲ ਕਹਿੰਦੇ ਆ ਤਾਂ ਇਹਦਾ ਮਤਲਬ ਵੀ ਉਹ ਕਹਿੰਦੇ ਜ਼ਰੂਰ ਹੈਗੇ, ਉਹਨਾਂ ਦੀ ਰਿਪੋਰਟ ਜ਼ਰੂਰ ਆ ਗੱਲ ਕਹਿੰਦੀ ਆ, ਬਰਤਾਨੀਆ ਦੀ ਸਰਕਾਰ ਨੂੰ ਪਤਾ ਜ਼ਰੂਰ ਹੈ ਕਿ ਉਹ ਬੇਕਸੂਰ ਹੈ, ਪਰ ਫਿਰ ਕੀ ਇਹ ਨਾ ਮੰਨਿਆ ਜਾਵੇ ਕਿ ਭਾਰਤ ਦੀ ਸਰਕਾਰ ਦੇ ਮੁਤਾਬਕ, ਇੱਥੋਂ ਦੇ ਲਾ ਦੇ ਮੁਤਾਬਕ, ਇੱਥੋਂ ਦੇ ਕਾਨੂੰਨਾਂ ਦੇ ਮੁਤਾਬਕ ਜੱਗੀ ਜੌਲ ਕਸੂਰਵਾਰ ਹੈ, ਇਸ ਕਰਕੇ ਜੇਲ੍ਹ ਦੇ ਵਿੱਚ ਬੰਦ ਹੈ? ਫਿਰ ਕਿਉਂ ਨਾ ਮੰਨਿਆ ਜਾਵੇ? ਇੱਕ ਗੱਲ 'ਤੇ ਤਾਂ ਉਹਨਾਂ ਨੂੰ ਆਉਣਾ ਹੀ ਪਊਗਾ ਨਾ, UNO ਨੂੰ। ਮੈਂ ਜਿਹੜੀ ਰਿਪੋਰਟ ਹੈਗੀ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹ ਵੀ ਲਿਆ ਹੋਊਗਾ ਜ਼ਰੂਰ, ਵੱਖ-ਵੱਖ ਅਖਬਾਰਾਂ ਦਾ ਸ਼ਿੰਗਾਰ ਬਣੀ ਹੈ ਇਹ ਖਬਰ ਜਿਹੜੀ ਕਿ UNO ਦੀ। ਮੈਂ ਤੁਹਾਨੂੰ ਦੱਸ ਦੇਣਾ ਥੋੜ੍ਹੀ ਮੇਨ ਗੱਲ ਵੀ ਉਹਦੇ ਵਿੱਚ ਹੈ ਕੀ ਹੈਗਾ। ਉਸ ਖਬਰ ਦੇ ਵਿੱਚ ਥੋੜ੍ਹਾ ਸਮਝਣਾ ਸੌਖਾ ਹੋ ਜਾਊਗਾ ਗੱਲ ਨੂੰ, ਪਰ ਸਵਾਲ ਆਹੀ ਹੈ। ਜ਼ਰੂਰ ਕਮੈਂਟ ਕਰਕੇ ਦੱਸਿਓ ਕਿ ਫਿਰ ਜੱਗੀ ਜੌਹਲ ਭਾਰਤ ਦੀ ਤਿਹਾੜ ਜੇਲ੍ਹ ਦਿੱਲੀ ਦੇ ਅੰਦਰ ਬੰਦ ਕਿਉਂ ਹੈ? ਕਿਉਂ ਬੰਦ ਹੈ? ਸਵਾਲ ਆ, ਤੁਸੀਂ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਖਬਰ ਹੈ ਜੀ, ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਜਾਂਚਕਰਤਾਵਾਂ ਦੇ ਮੁਤਾਬਕ ਭਾਰਤ ਵਿੱਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਹ ਰਿਪੋਰਟ ਹੈ ਜੀ ਉਹਨਾਂ ਦੀ। ਸਕਾਟਲੈਂਡ ਦੇ ਡੰਬਲਟਨ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਨੂੰ ਸੰਨ 2017 'ਚ ਕਥਿਤ ਅੱਤਵਾਦੀ ਅਪਰਾਧਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਆਰਬਿਟਰੇਰੀ ਡਿਟੈਂਸ਼ਨ ਤੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਨੇ ਕਿਹਾ ਹੈ ਕਿ ਜੱਗੀ ਜੌਹਲ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ। ਜੱਗੀ ਜੌਹਲ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਹੈ, ਇਹ ਰਿਪੋਰਟ ਹੈ, ਅਤੇ ਉਸ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਉਹਨਾਂ ਨੇ ਆਖੀ ਹੈ ਕਿ ਤੁਰੰਤ ਰਿਹਾ ਕਰ ਦਿੱਤਾ ਜਾਣਾ ਚਾਹੀਦਾ, ਜਦੋਂ ਕਿ ਭਾਰਤ ਸਰਕਾਰ ਕਹਿ ਰਹੀ ਹੈ ਕਿ ਉਸ ਦੀ ਨਜ਼ਰਬੰਦੀ ਸਬੂਤਾਂ 'ਤੇ ਆਧਾਰਿਤ ਹੈ। ਭਾਰਤ ਸਰਕਾਰ ਦੇ ਮੁਤਾਬਕ ਜੱਗੀ ਜੌਹਲ ਦੀ ਨਜ਼ਰਬੰਦੀ ਸਬੂਤਾਂ 'ਤੇ ਆਧਾਰਿਤ ਹੈ, ਭਾਵ ਕਿ ਭਾਰਤ ਸਰਕਾਰ ਦਾ ਕਹਿਣਾ ਹੈਗਾ ਕਿ ਅਸੀਂ ਬਿਨਾਂ ਕਿਸੇ ਵਜ੍ਹਾ ਤੋਂ ਬੰਦ ਨਹੀਂ ਕੀਤਾ ਹੋਇਆ, ਉਹ ਕਸੂਰਵਾਰ ਹੈ। ਇਹ ਭਾਰਤ ਸਰਕਾਰ ਦਾ ਕਹਿਣਾ ਹੈ। ਜੱਗੀ ਜੌਹਲ ਦੇ ਮਨੁੱਖੀ ਅਧਿਕਾਰਾਂ ਦੀ
ਉਲੰਘਣਾ ਤੋਂ ਵੀ ਭਾਰਤ ਇਨਕਾਰ ਕਰਦਾ ਆ ਰਿਹਾ ਹੈ। UNO ਦਾ ਕਾਰਜ ਸਮੂਹ ਮਾਹਰਾਂ ਦਾ ਇੱਕ ਪੈਨਲ ਹੈ ਜਿਹੜਾ ਕਿ ਇਸ ਮਾਮਲੇ ਵਿੱਚ ਨਜ਼ਰਬੰਦੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਵਿੱਚ ਪ੍ਰਵਾਨਿਤ ਮਾਪਦੰਡਾਂ ਦੀ ਉਲੰਘਣਾ ਦੀ ਜਾਂਚ ਕਰ ਰਿਹਾ ਹੈ। ਸੋ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜੌਹਲ ਦੀ ਗ੍ਰਿਫਤਾਰੀ ਅਤੇ ਨਜ਼ਰਬੰਦੀ 'ਚ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਅਤੇ ਮਾਪਦੰਡਾਂ ਦੀ ਉਲੰਘਣਾ ਦੇ ਨਾਲ ਨਿਰਪੱਖ ਸੁਣਵਾਈ ਲਈ ਉਲੰਘਣਾਵਾਂ ਹੋਈਆਂ ਹਨ। ਤੁਸੀਂ ਦੇਖੋ ਉਹਨਾਂ ਦੇ ਮੁਤਾਬਕ ਕਿੱਡੇ ਵੱਡੇ ਦੋਸ਼ ਨੇ ਭਾਰਤ ਦੇ ਉੱਪਰ। UK ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਲਗਾਤਾਰ ਭਾਰਤ ਸਰਕਾਰ ਦੇ ਕੋਲ ਜੌਹਲ ਦੇ ਕੇਸ ਬਾਰੇ ਆਪਣੀਆਂ ਚਿੰਤਾਵਾਂ ਉਠਾਈਆਂ ਹਨ, ਜਿਸ ਵਿੱਚ ਉਸ 'ਤੇ ਤਸ਼ੱਦਦ ਅਤੇ ਦੁਰਵਿਵਹਾਰ ਦੇ ਅਧਿਕਾਰ ਅਤੇ ਨਿਰਪੱਖ ਮੁਕੱਦਮੇ ਸ਼ਾਮਲ ਹਨ। UK ਦੀ ਸਰਕਾਰ ਦੇ ਬੁਲਾਰੇ ਨੇ ਵੀ ਆਖਿਆ ਹੈਗਾ, ਕਹਿੰਦੇ ਅਸੀਂ ਇੱਕ ਵਾਰ ਨਹੀਂ, ਇੱਕ ਤੋਂ ਵਧੇਰੇ ਵਾਰ ਅਸੀਂ ਆਪਣੀਆਂ ਚਿੰਤਾਵਾਂ, ਅਸੀਂ ਆਪਣੀ ਫਿਕਰ ਜ਼ਾਹਰ ਕੀਤੀ ਹੈ ਭਾਰਤ ਸਰਕਾਰ ਦੇ ਕੋਲ ਕਿ ਬਈ ਅਸੀਂ ਬਹੁਤ ਜ਼ਿਆਦਾ ਚਿੰਤਤ ਹੈਗੇ ਹਾਂ ਭਈ ਜੱਗੀ ਜੌਹਲ ਦੇ ਮਾਮਲੇ ਵਿੱਚ ਤੁਸੀਂ ਉਹਦੇ 'ਤੇ ਤਸ਼ੱਦਦ ਅਤੇ ਉਹਦੇ 'ਤੇ ਦੁਰਵਿਵਹਾਰ ਵੀ ਹੋਇਆ ਹੈਗਾ ਅਤੇ ਨਿਰਪੱਖ ਜਿਹੜਾ ਮੁਕੱਦਮਾ ਹੈਗਾ ਉਹ ਨਹੀਂ ਚਲਾਇਆ ਜਾ ਰਿਹਾ। ਸੋ ਉਹਨਾਂ ਨੇ ਵੀ ਇਹ ਗੱਲ ਆਖੀ ਹੈ UK ਦੀ ਸਰਕਾਰ ਦੇ ਬੁਲਾਰੇ ਨੇ ਭਾਰਤ ਦੀ ਸਰਕਾਰ ਨੂੰ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ UNO, ਹੁਣ UNO ਦੀ ਰਿਪੋਰਟ ਦੇਖੋ, ਇੱਕ ਸਵਾਲ ਜਿਹੜਾ ਮੈਂ ਪਹਿਲਾਂ ਕੀਤਾ ਹੈਗਾ ਉਹ ਸਵਾਲ ਹੋ ਗਿਆ, ਇੱਕ ਦੋ ਗੱਲਾਂ ਹੋਰ ਹੈਗੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਜ਼ਰੂਰੀ ਨਹੀਂ ਹੈਗਾ ਕਿ ਜਿਹੜੀ ਗੱਲ ਮੈਂ ਕਰੂੰਗਾ ਉਹ ਬਿਲਕੁਲ ਠੀਕ ਹੈ ਅਤੇ ਉਹੀ ਦਰੁਸਤ ਹੈ ਜਾਂ ਉਹ ਹੀ ਠੀਕ ਹੈ। ਉਸ ਤੋਂ ਇਲਾਵਾ ਤੁਸੀਂ ਵੀ ਆਪਦੇ ਵਿਚਾਰ ਜ਼ਰੂਰ ਪੇਸ਼ ਕਰਿਓ ਕਿ ਤੁਹਾਡੇ ਮੁਤਾਬਕ ਕੀ ਹੈ। ਇੱਕ ਤਾਂ ਸਵਾਲ ਹੋ ਗਿਆ ਕਿ ਤੁਸੀਂ ਜ਼ਰੂਰ ਕਮੈਂਟ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕਰਿਓ। UNO ਦੀ ਰਿਪੋਰਟ ਦੇ ਮੁਤਾਬਕ ਜੱਗੀ ਜੌਹਲ ਨੂੰ ਇੱਥੇ ਬਿਨਾਂ ਕਿਸੇ ਵਜ੍ਹਾ ਹੀ ਰੱਖਿਆ ਹੋਇਆ, ਔਰ UK ਦੀ ਸਰਕਾਰ ਜਿਹੜੀ ਹੈ ਉਹ ਵੀ ਇਹ ਗੱਲ ਕਹਿੰਦੀ ਹੈ ਕਿ ਅਸੀਂ ਸਮੇਂ-ਸਮੇਂ 'ਤੇ ਭਾਰਤ ਸਰਕਾਰ ਦੇ ਕੋਲ ਇਤਰਾਜ਼ ਜ਼ਾਹਰ ਕੀਤੇ ਹੈ ਕਿ ਭਾਈ ਤੁਸੀਂ ਸਾਡੇ ਮੁਲਕ ਦੇ ਨਾਗਰਿਕ ਨੂੰ ਬਿਨਾਂ ਵਜ੍ਹਾ ਕੋਈ ਠੋਸ ਆਧਾਰ ਨਹੀਂ ਹੈਗਾ, ਤੁਸੀਂ ਐਵੇਂ ਹੀ ਜਿੱਦਾਂ ਕਹਿ ਲਓ ਵੀ ਉੱਥੇ ਨਜ਼ਰਬੰਦ ਕਰਕੇ ਰੱਖਿਆ ਹੋਇਆ, ਵੱਖ-ਵੱਖ ਜੇਲ੍ਹਾਂ ਦੇ ਵਿੱਚ ਤਸ਼ੱਦਦ ਵੀ ਹੋਇਆ, ਸਾਰਾ ਕੁਛ ਹੋਇਆ। ਉਹਦੇ ਬਾਵਜੂਦ ਵੀ ਭਾਰਤ ਸਰਕਾਰ, ਫਿਰ ਤੁਸੀਂ ਇਹ ਦੇਖੋ ਕਿੱਡੀ ਵੱਡੀ ਗੱਲ ਹੈਗੀ ਆ, ਅਗਾਂਹ ਵਧੂ ਮੁਲਕ UNO ਆ ਇੱਕ ਬੰਨੇ, ਔਰ ਦੂਏ ਬੰਨੇ UK ਦੀ ਸਰਕਾਰ ਹੋਵੇ। ਮਾੜੀ ਮੋਟੀ ਗੱਲ ਤਾਂ ਨਹੀਂ ਹੈਗੀ ਨਾ ਜੀ, ਬਹੁਤ ਵੱਡੀ ਗੱਲ ਹੈ। ਸੋ ਜਿਹੜੇ ਅਗਾਂਹ ਵਧੂ ਮੁਲਕ ਜਿਨ੍ਹਾਂ ਦਾ ਵਰਲਡ ਦੇ ਉੱਪਰ ਕੋਈ ਆਧਾਰ ਹੈ, ਜਿਨ੍ਹਾਂ ਦਾ ਭਾਰਤ ਦੇ ਉੱਪਰ ਵੀ ਕੋਈ ਨਾ ਕੋਈ ਆਪਾਂ ਸਮਝ ਸਕਦੇ ਹਾਂ ਕਿ ਪ੍ਰਭਾਵ ਹੋਊਗਾ। ਸੋ ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿੰਦਾ, ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਨਾ ਪਤਾ ਹੋਵੇ। ਜਗਤਾਰ ਸਿੰਘ ਜੱਗੀ ਜੌਹਲ ਪਿਛਲੇ ਦਿਨੀ ਉੱਥੇ ਲੇਬਰ ਕਾਉਂਸਲਰ ਵੀ ਚੁਣੇ ਗਏ ਹੈਗੇ ਆ ਆਪਣੇ ਸਕਾਟਲੈਂਡ ਦਾ, ਜਿਹੜਾ ਮੈਨੂੰ ਨਾਂ ਭੁੱਲ ਜਾਂਦਾ ਹੈਗਾ, ਜਿਹੜੇ ਇੱਥੋਂ ਦੇ ਸ਼ਹਿਰ ਹੈਗੇ ਆ, ਥੋੜ੍ਹੇ ਔਖੇ ਜਿਹੇ ਨਾਮ ਹੈਗੇ ਆ ਉਹਨਾਂ ਦੇ। ਸੋ ਸਕਾਟਲੈਂਡ ਦਾ ਜਿਹੜਾ ਸ਼ਹਿਰ ਹੈਗਾ ਉੱਥੇ ਉਹ ਚੁਣੇ ਗਏ ਹੈਗੇ ਆ ਕੌਂਸਲਰ ਚੁਣੇ ਗਏ ਹੈਗੇ ਜੀ ਉੱਥੇ ਉਹ। ਸੋ ਮੈਂ ਗੱਲ ਇਹ ਕਰ ਰਿਹਾ ਹੈਗਾ ਕਿ ਸਕਾਟਲੈਂਡ ਦਾ ਡੰਬਰਟਨ ਦੇ ਰਹਿਣ ਵਾਲੇ ਹੈਗੇ ਜਗਤਾਰ ਸਿੰਘ ਜੱਗੀ ਜੌਹਲ ਅਤੇ ਉਹਨਾਂ ਦਾ ਬ੍ਰਦਰ ਉੱਥੇ ਹੀ ਰਹਿੰਦੇ ਹੈਗੇ, ਉੱਥੋਂ ਦੇ ਸਿਟੀਜ਼ਨਸ਼ਿਪ ਉਹਨਾਂ ਦੇ ਕੋਲ ਹੈਗੀ ਆ। ਉਹਦੇ ਵਿਆਹ ਕਰਾਉਣ ਵਾਸਤੇ ਇੱਥੇ ਭਾਰਤ ਆਇਆ ਸੀਗਾ ਅਤੇ ਇੱਥੇ ਚਲੋ ਕੇਸ ਪੈ ਗਏ। ਹੁਣ ਉੱਥੇ ਲੇਬਰ ਕੌਂਸਲਰ ਵੀ ਚੁਣੇ ਹੋਏ ਆ, ਭਾਵ ਕਿ ਸਰਕਾਰੀ ਦਰਬਾਰੇ ਵਿੱਚ ਵੀ ਪੈਰ ਰੱਖਦੇ ਆ ਇਹਨਾਂ ਦੇ ਬ੍ਰਦਰ। ਤੁਸੀਂ ਅੰਦਾਜ਼ਾ ਲਗਾ ਕੇ ਵੇਖੋ, ਇੱਕ ਅਗਾਂਹ ਵਧੂ ਮੁਲਕ ਬਰਤਾਨੀਆ ਦਾ ਰਹਿਣ ਵਾਲਾ ਹੋਵੇ, ਬਰਤਾਨੀਆ ਵਰਗੇ ਮੁਲਕ ਦਾ ਰਹਿਣ ਵਾਲਾ, ਉੱਥੋਂ ਦਾ ਵਸਿੰਦਾ ਹੋਵੇ, ਔਰ ਭਾਰਤ ਦੇ ਵਿੱਚ ਆ ਕੇ ਉਹ ਫਸ ਜਾਵੇ, ਔਰ ਉਹਦਾ ਭਰਾ ਸਰਕਾਰੀ ਦਰਬਾਰੇ ਉਹਦਾ ਪੈਰ ਵੀ ਪੈਂਦਾ ਹੋਵੇ, ਔਰ ਉੱਥੋਂ ਦੀ ਹਕੂਮਤ ਕਈ ਵਾਰ ਇਤਰਾਜ਼ ਵੀ ਉਠਾ ਚੁੱਕੀ ਹੋਵੇ ਭਾਰਤ ਸਰਕਾਰ ਦੇ ਕੋਲ ਕਿ ਤੁਸੀਂ ਸਾਡੇ ਨਾਗਰਿਕ ਨੂੰ ਆਪਣੇ ਮੁਲਕ ਦੀ ਕਿਸੇ ਜੇਲ੍ਹ ਦੇ ਵਿੱਚ ਨਜਾਇਜ਼ ਹੀ ਰੱਖਿਆ ਹੋਇਆ, ਕੋਈ ਠੋਸ ਤੁਹਾਡੇ ਕੋਲ ਕਾਨੂੰਨੀ ਆਧਾਰ ਹੈ ਨਹੀਂ, ਉੱਤੇ ਤਸ਼ੱਦਦ ਵੀ ਢਾਇਆ ਗਿਆ। ਔਰ UNO ਦੀ ਰਿਪੋਰਟ ਵੀ ਹੁਣ ਆਹ ਗੱਲ ਕਹਿੰਦੀ ਹੋਵੇ ਕਿ ਨਹੀਂ ਭਾਈ ਧੱਕਾ ਹੀ ਆ ਸਰਾਸਰ, ਤੁਸੀਂ ਤੁਰੰਤ ਰਿਹਾ ਕਰ ਦਿਓ ਜੱਗੀ ਜੌਹਲ ਨੂੰ, ਉਹਦੇ ਬਾਵਜੂਦ ਵੀ ਭਾਰਤ ਸਰਕਾਰ ਰਿਹਾ ਨਾ ਕਰ ਰਹੀ ਹੋਵੇ। ਵਾਈ ਸਵਾਲ ਪੈਦਾ ਹੁੰਦਾ ਕਿਉਂ? ਮੈਂ ਬੇਨਤੀ ਕਰਾਂ ਕਿ ਇੱਕ ਦੋ ਖਦਸ਼ੇ ਹੈਗੇ ਆ, ਕੀ ਕਿਤੇ ਇਸ ਗੱਲ ਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਕਹਿਣ ਨੂੰ ਕੁਝ ਹੋਰ ਹੈ ਪਰ ਕਰਨ ਨੂੰ ਕੁਝ ਹੋਰ ਵਾ, ਭਾਵ ਕਿ ਇੱਥੋਂ ਦੀ ਹਕੂਮਤ ਅਤੇ ਉੱਥੋਂ ਦੀਆਂ ਹਕੂਮਤਾਂ, ਭਾਵ ਕਿ ਮੁਲਕਾਂ ਦੇ, ਇੱਕ ਮੁਲਕ ਦੇ ਦੂਏ ਮੁਲਕ ਦੇ ਨਾਲ ਜਿਹੜੇ ਵਪਾਰਕ ਸੰਬੰਧ ਹੁੰਦੇ ਆ, ਉਹਨਾਂ ਦੇ ਵਪਾਰਕ ਸਾਂਝਾਂ ਹੁੰਦੀਆਂ ਨੇ, ਜਾਂ ਵਪਾਰਕ ਤੋਂ ਇਲਾਵਾ ਹੋਰ ਵੀ ਜਿਹੜੀਆਂ ਉਹਨਾਂ ਦੀਆਂ ਸਾਂਝਾਂ ਹੁੰਦੀਆਂ ਨੇ, ਵੀ ਉਹ ਸਾਂਝਾਂ ਜਿਹੜੀਆਂ ਨੇ ਉਹ ਮਹੱਤਵਪੂਰਨ ਹੁੰਦੀਆਂ ਨੇ ਮੁਲਕਾਂ ਦੇ ਵਾਸਤੇ। ਮੁਲਕਾਂ ਦੇ ਨਾਗਰਿਕ, ਇੱਕ ਮੁਲਕ ਦਾ ਨਾਗਰਿਕ ਦੂਜੇ ਮੁਲਕ ਦੇ ਵਿੱਚ ਜਾ ਕੇ ਜੇ ਫਸ ਗਿਆ, ਇਹ ਗੱਲ ਬਹੁਤ ਹੀ ਮਹੱਤਵਪੂਰਨ ਨਹੀਂ ਹੁੰਦੀ ਉਹਨਾਂ ਦੇ ਵਾਸਤੇ। ਕੀ ਇਹ ਗੱਲ ਨਾ ਮੰਨੀ ਜਾਵੇ? ਦੇਖੋ ਮੈਂ ਆਹ ਗੱਲ ਕਰਕੇ ਨਿਰਪੱਖ ਜਿਹੀ ਗੱਲ ਕਰ ਰਿਹਾ, ਮੈਂ ਇੱਕ ਸਿੱਖ ਪੱਤਰਕਾਰ ਹੋਣ ਦੇ ਨਾਤੇ ਸਿਰਫ ਮੈਂ ਇੱਕ ਨਿਰਪੱਖ ਜਿਹੀ ਗੱਲ ਕਰ ਰਿਹਾ। ਮੈਂ ਨਹੀਂ ਇਹ ਗੱਲ ਕਹਿ ਰਿਹਾ ਕਿ ਜੱਗੀ ਜੌਹਲ ਬੇਕਸੂਰ ਹੈ, ਇਹ ਗੱਲ ਮੈਂ ਨਹੀਂ ਕਹਿ ਰਿਹਾ, UNO ਦੀ ਰਿਪੋਰਟ ਕਹਿ ਰਹੀ ਹੈ, UNO ਵਾਲੇ ਕਹਿ ਰਹੇ ਨੇ, ਇਹ UK ਦੀ ਗਵਰਨਮੈਂਟ
खुद कह रही है, कहते भी ਅਸੀਂ ਭਾਰਤ ਸਰਕਾਰ ਦੇ ਕੋਲ ਕਈ ਵਾਰ ਇਤਰਾਜ਼ ਉਠਾਏ ਨੇ ਇਸ ਗੱਲ ਨੂੰ ਲੈ ਕੇ। ਸੋ ਉਹ ਕਹਿ ਰਹੇ ਆ ਇਹ ਗੱਲ, ਉਹਦੇ ਬਾਵਜੂਦ ਵੀ ਆ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜੱਗੀ ਜੌਹਲ ਭਾਰਤ ਦੀ ਕਿਸੇ ਜੇਲ੍ਹ ਦੇ ਵਿੱਚ ਹਾਲੇ ਵੀ ਬੰਦ ਹੋਵੇ, 4-5 ਵਰ੍ਹੇ ਬੀਤ ਚੁੱਕੇ ਹੋਣ, ਫਿਰ ਕੀ ਮਾਇਨੇ ਬਣਦੇ ਨੇ ਇਸ ਗੱਲ ਦੇ? ਕੀ ਇਸ ਗੱਲ ਦੇ ਮਾਇਨੇ ਆ ਨਹੀਂ ਬਣਦੇ ਕਿ ਕਿਸੇ ਬੰਦੇ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ? ਇਹ ਗੱਲ ਬਹੁਤ ਹੀ ਮਹੱਤਵਪੂਰਨ ਨਹੀਂ ਹੈਗੀ। ਦੋਹਾਂ ਦੇਸ਼ਾਂ ਦੇ ਜਿਹੜੇ ਆਪਸ ਵਿੱਚ ਵਪਾਰਕ ਸੰਬੰਧ ਨੇ ਨਾ, ਜਾਂ ਕੋਈ ਹੋਰ ਜਿਹੜੇ ਰਿਸ਼ਤੇ ਹੁੰਦੇ ਆ ਮੁਲਕਾਂ ਦੇ ਇੱਕ ਦੂਜੇ ਦੇ ਨਾਲ, ਵੀ ਉਹ ਗੱਲ ਮਹੱਤਵਪੂਰਨ ਉਹਨਾਂ ਦੇ ਵਾਸਤੇ। ਆ ਇਨਸਾਨਾਂ ਦੀਆਂ ਜ਼ਿੰਦਗੀਆਂ, ਹੁਣ ਤੁਸੀਂ ਅੰਦਾਜ਼ਾ ਲਗਾ ਕੇ ਵੇਖੋ, ਜੱਗੀ ਜੌਹਲ ਵਰਗਾ ਬੰਦਾ ਆਰਥਿਕ ਤੌਰ 'ਤੇ ਮਜ਼ਬੂਤ, ਉਹਦਾ ਬ੍ਰਦਰ ਸਰਕਾਰੀ ਦਰਬਾਰੇ ਪੈਰ ਵੀ ਰੱਖਦਾ ਹੋਵੇ, ਉਹਦੇ ਆ ਹਾਲਾਤ ਹੈਗੇ ਆ, ਔਰ ਭਾਰਤ ਦੀ ਆਪਣੀ ਹੀ ਸਰਜ਼ਮੀਨ ਦੇ ਉੱਪਰ ਰਹਿਣ ਵਾਲੇ ਜਿਹੜੇ ਮਾਮੂਲੀ ਨਾਗਰਿਕ ਨੇ, ਉਹਨਾਂ ਦੇ ਹਾਲਾਤ ਕਿੱਦਾਂ ਦੇ ਹੋ ਜਾਂਦੇ ਹੋਣਗੇ? ਇਹ UN ਨੇ ਵੀ ਜ਼ਰੂਰ ਸੋਚੇ ਇਸ ਗੱਲ ਨੂੰ ਲੈ ਕੇ। ਜੇ UN ਵਾਕਈ ਫਿਕਰਮੰਦ ਹੈ ਤਾਂ ਅੰਦਾਜ਼ਾ ਲਗਾ ਕੇ ਦੇਖੋ, ਸੋਚ ਕੇ ਵੇਖੋ। ਇੱਥੇ ਬਹੁਤ ਸਾਰੇ ਬੰਦੇ ਇੱਦਾਂ ਦੇ ਫਸ ਜਾਂਦੇ ਆ ਕੋਰਟ ਕਚਹਿਰੀਆਂ ਦੇ ਪੰਗਿਆਂ ਦੇ ਵਿੱਚ, ਕੇਸਾਂ ਦੇ ਵਿੱਚ, ਜਿਨ੍ਹਾਂ ਦੀ ਪੋਕਟ ਦੇ ਵਿੱਚ ਮੋਟੇ ਪੈਸੇ ਨਹੀਂ ਹੁੰਦੇ, ਸਰਕਾਰੀ ਦਰਬਾਰੇ ਪਹੁੰਚ ਨਹੀਂ ਹੁੰਦੀ ਹੈਗੀ, ਔਰ ਉਹ ਵੀ ਤਸ਼ੱਦਦ ਦਾ ਸ਼ਿਕਾਰ ਹੁੰਦੇ ਆ। ਬਹੁਤ ਸਾਰੇ ਮਾਮਲੇ ਇੱਦਾਂ ਦੇ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਦੇ ਵਿੱਚ ਫੇਕ ਐਨਕਾਊਂਟਰ ਤੱਕ ਵੀ ਹੋਏ ਪਿਛਲੇ ਸਮਿਆਂ ਦੇ ਵਿੱਚ, ਔਰ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਆ। ਕੋਰਟ ਕਚਹਿਰੀਆਂ ਦੇ ਵਿੱਚ ਮੁਕੱਦਮੇ ਗਏ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੇ ਐਨਕਾਊਂਟਰ ਕੀਤੇ ਸੀਗੇ, ਪੁਲਿਸ ਵਾਲਿਆਂ ਨੂੰ ਅਦਾਲਤਾਂ ਨੇ ਸਜ਼ਾਵਾਂ ਵੀ ਦਿੱਤੀਆਂ ਨੇ। ਇੱਦਾਂ ਦੇ ਮਾਮਲੇ ਕਈ ਸਾਹਮਣੇ ਆ ਗਏ, ਕਈ ਸਾਹਮਣੇ ਨਹੀਂ ਆਏ। ਉਹ ਸਾਹਮਣੇ ਆ ਗਏ ਜਿਨ੍ਹਾਂ ਕੇਸਾਂ ਦੇ ਪਿੱਛੇ ਪੈਰਵਾਈ ਕਰਨ ਵਾਲਿਆਂ ਨੇ ਪੈਰਵਾਈ ਠੋਕ ਕੇ, ਟਣਕਾ ਕੇ, ਵਜਾ ਕੇ ਕਰ ਲਈ। ਜਿਨ੍ਹਾਂ ਨੇ ਨਹੀਂ ਕੀਤੀ ਡਰ ਗਏ, ਜਾਂ ਜਿਨ੍ਹਾਂ ਨੂੰ ਇਹ ਲੱਗਾ ਕਿ ਸਾਡਾ ਖਹਿੜਾ ਛੁੱਟਾ, ਅਸੀਂ ਹੁਣ ਜਿਨ੍ਹਾਂ ਨੇ ਸਾਡੇ ਨਾਲ ਧੱਕਾ ਕੀਤਾ, ਸਾਡੇ ਪਰਿਵਾਰਾਂ ਨਾਲ ਧੱਕਾ ਕੀਤਾ, ਅਸੀਂ ਹੁਣ ਉਹਨਾਂ ਅਫਸਰਾਂ ਦੇ ਖਿਲਾਫ ਐਕਸ਼ਨ ਨਹੀਂ ਲੈਣਾ, ਅਸੀਂ ਨਹੀਂ ਲੈ ਸਕਦੇ, ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਸਾਡੇ 'ਚ ਇੰਨੀ ਹਿੰਮਤ ਨਹੀਂ ਹੈਗੀ, ਉਹ ਅਲੱਗਾ ਹੋਣਗੇ ਕੇਸ। ਸੋ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਪੁਲਿਸ ਵਾਲਿਆਂ ਨੂੰ, ਉੱਥੇ ਤਾਂ ਜ਼ਾਹਰ ਹੋ ਗਿਆ ਨਾ, ਭਾਰਤ ਦੀਆਂ ਅਦਾਲਤਾਂ ਨੇ ਆਪ ਜ਼ਾਹਰ ਕਰ ਦਿੱਤਾ, ਆਪ ਦੋਸ਼ੀ ਪਾਏ ਗਏ ਉਹ ਕਿ ਇਹਨਾਂ ਨੇ ਫੇਕ ਐਨਕਾਊਂਟਰ ਕੀਤੇ। ਬਹੁਤ ਸਾਰੇ ਸਿੱਖ ਜਦੋਂ ਖਾੜਕੂ ਸੰਘਰਸ਼ ਚੱਲਿਆ ਸੀਗਾ ਉਸ ਵੇਲੇ। ਹੁਣ ਮੈਂ ਜੱਗੀ ਜੌਹਲ ਹੋਰਾਂ ਦੀ ਗੱਲ ਕਰਕੇ ਦਰਅਸਲ ਇਹ ਕਹਿਣਾ ਚਾਹੁੰਦਾ ਹੈ ਕਿ ਮੁਲਕਾਂ ਦੇ ਜਿਹੜੇ ਆਪਸ ਵਿੱਚ ਰਿਸ਼ਤੇ ਨਾ, ਉਹਨਾਂ ਦੇ ਆਪਣੇ ਸੰਬੰਧ ਹੈਗੇ ਆ, ਉਹ ਗੱਲਾਂ ਮਹੱਤਵਪੂਰਨ ਹੁੰਦੀਆਂ ਨੇ। ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਜੇ ਸੱਚਮੁੱਚ UN ਦੀ ਅੱਜ ਰਿਪੋਰਟ ਆ ਕਹਿੰਦੀ ਹੈ, ਜੇ ਸੱਚਮੁੱਚ UK ਗੰਭੀਰ ਹੈ, ਜੇ ਸੱਚਮੁੱਚ ਬਰਤਾਨੀਆ ਦੀ ਗਵਰਨਮੈਂਟ ਗੰਭੀਰ ਹੈ, ਤਾਂ ਫਿਰ ਉਹ ਦਖਲ ਅੰਦਾਜ਼ੀ ਕਰਕੇ, ਫਿਰ ਜੇ ਉਹ ਕੇਵਲ ਦੇਖੋ ਅਸੀਂ ਮੰਗ ਕਰਦੇ ਹਾਂ ਜੀ ਤੁਰੰਤ ਰਿਹਾ ਕੀਤਾ ਜਾਵੇ, ਕਿਹਨਾਂ ਦੇ ਕੋਲੋਂ ਮੰਗ ਕਰਦੇ ਆ? ਭਾਰਤ ਸਰਕਾਰ ਦੇ ਕੋਲੋਂ। ਦੇਖੋ ਭਾਰਤ ਸਰਕਾਰ ਦੇ ਮੁਤਾਬਕ ਤਾਂ ਉਹ ਦੋਸ਼ੀ ਹੈ, ਕਿਉਂਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਅਸੀਂ ਨਜਾਇਜ਼ ਨਹੀਂ ਰੱਖਿਆ ਹੋਇਆ, ਅਸੀਂ ਤਾਂ ਕਹਿੰਦੇ ਦੋਸ਼ਾਂ ਦੇ ਤਹਿਤ ਹੀ ਰੱਖਿਆ ਹੋਇਆ ਆ। ਫਿਰ ਤੁਸੀਂ ਦੱਸੋ ਮੰਗ ਕਿਤੋਂ ਕਰਦੇ ਆ? ਕੌਣ ਛੁਡਾ ਦੂੰਗਾ? ਫਿਰ ਤੁਸੀਂ ਕਰੋ ਨਾ, ਫਿਰ ਹੰਬਲਾ ਮਾਰੋ ਨਾ। ਫਿਰ ਤੁਸੀਂ UN ਨੇ ਰਿਪੋਰਟ ਜ਼ਾਹਰ ਕਰਤੀ ਹੈ ਬਰਤਾਨੀਆ ਦੀ ਗਵਰਨਮੈਂਟ ਵਿੱਚ ਪੈ ਕੇ, ਜੇ ਉਹ ਦੋਸ਼ੀ ਨਹੀਂ ਹੈ, ਜਾਂ ਫਿਰ ਤੁਸੀਂ ਕਹੋ ਨਾ ਇੱਦਾਂ, ਜਾਂ ਤੁਸੀਂ ਕਹੋ ਕਿ ਅਸੀਂ ਭਾਰਤ ਸਰਕਾਰ ਨਾਲ ਗੱਲ ਕੀਤੀ ਸੀਗੀ, ਭਾਰਤ ਸਰਕਾਰ ਨੇ ਕਹਿਤਾ ਵੀ ਦੋਸ਼ੀ ਆ, ਅਤੇ ਅਸੀਂ ਹੁਣ ਕੀ ਕਰ ਸਕਦੇ ਹਾਂ ਜੀ, ਅਸੀਂ ਉਹਨਾਂ ਨੂੰ ਕੁਛ ਵੀ ਕਰ ਸਕਦੇ। ਨਾਗਰਿਕ ਜ਼ਰੂਰ ਸਾਡੇ ਦੇਸ਼ ਦਾ ਹੈਗਾ ਸੀਗਾ ਉਹ, ਪਰ ਉਹ ਭਾਰਤ ਗਿਆ, ਹੁਣ ਭਾਰਤ ਜਾ ਕੇ ਉਹਨੇ ਹੁਣ ਕੋਈ ਕਸੂਰ ਕੀਤਾ ਹੋਊਗਾ, ਅਗਲੇ ਨੇ ਫੜ ਕੇ ਜੇਲ੍ਹ 'ਚ ਤੁੰਨ ਦਿੱਤਾ, ਅਸੀਂ ਕੀ ਕਰੀਏ ਹੁਣ? ਜਾਂ ਇੱਦਾਂ ਕਹੋ, ਬੰਨੇ ਕੰਢੇ 'ਤੇ ਲੱਗੋ, ਹੈ ਨਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਇੱਕ ਸਵਾਲ ਮੈਂ ਹੋਰ ਤੁਹਾਡੇ ਸਾਹਮਣੇ ਛੱਡਣਾ ਚਾਹੁੰਦਾ, ਜਿੰਨੇ ਵੀ ਸੱਜਣ ਗੱਲਬਾਤ ਨੂੰ ਸੁਣ ਰਹੇ ਨੇ, ਕਿ ਇਸ ਗੱਲ ਦੇ ਵਿੱਚੋਂ ਆਹ ਗੱਲ ਵੀ ਉੱਭਰ ਕੇ ਸਾਹਮਣੇ ਨਹੀਂ ਆਉਂਦੀ ਕਿ ਜਿਨ੍ਹਾਂ ਦੇ ਰਾਜ ਭਾਗ ਹੁੰਦੇ ਨੇ, ਜਿਨ੍ਹਾਂ ਦੇ ਆਪਣੇ ਮੁਲਕ ਹੁੰਦੇ ਨੇ, ਉਹਨਾਂ ਮੁਲਕਾਂ ਵਾਲਿਆਂ ਦੇ ਇੱਕ ਦੂਸਰੇ ਮੁਲਕਾਂ ਦੇ ਨਾਲ ਜਿਹੜੀਆਂ ਸੰਧੀਆਂ ਹੁੰਦੀਆਂ ਨੇ, ਜਿਹੜੀਆਂ ਸਾਂਝਾਂ ਹੁੰਦੀਆਂ ਨੇ, ਉਹ ਗੱਲਾਂ ਮਹੱਤਵਪੂਰਨ ਹੁੰਦੀਆਂ ਨੇ ਜਿਨ੍ਹਾਂ ਦੇ ਰਾਜ ਭਾਗ ਨਹੀਂ ਹੁੰਦੇ। ਕਿਉਂਕਿ ਜੱਗੀ ਜੌਹਲ ਦੇ ਉੱਪਰ ਇਲਜ਼ਾਮ ਕੀ ਲੱਗੇ ਨੇ ਭਲਾ? ਭਈ ਜਿਹੜਾ ਅਸਲ ਵਿੱਚ ਜੋ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਸੀਗੀਆਂ ਸੰਨ 2017 ਦੇ ਵਿੱਚ, ਭਈ ਜੱਗੀ ਜੌਹਲ ਸਿੱਖ ਕੌਮ ਦੇ ਨਾਲ ਜੋ ਧੱਕਾ ਹੁੰਦਾ ਹੈਗਾ ਇੱਥੋਂ ਦੀ ਹਿੰਦ ਹਕੂਮਤ ਦੇ ਵੱਲੋਂ, ਉਸ ਹੋ ਰਹੇ ਧੱਕੇ ਦੇ ਖਿਲਾਫ ਉਹ ਪੋਸਟਾਂ ਲਿਖ ਕੇ ਪਾਉਂਦਾ ਹੋਊਗਾ, ਜਾਂ ਕੁਛ RSS ਦੇ ਆਗੂ ਜਿਨ੍ਹਾਂ ਦਾ ਬਾਅਦ 'ਚ ਦੱਸਿਆ ਗਿਆ ਕਿ ਕਤਲੇਆਮ ਹੋਇਆ, ਵੀ ਉਹਨਾਂ ਦੇ ਵਿੱਚ ਇਨਵੋਲਵ ਸੀਗਾ, ਵੀ ਉਹਨੇ ਪੈਸਾ ਮੁਹੱਈਆ ਕਰਵਾਤਾ ਸੀ ਕਿਸੇ ਨੂੰ, ਉਹਨੇ ਕਿਸੇ ਦੀ ਪੈਸਿਆਂ ਦੇ ਨਾਲ ਸਪੋਰਟ ਕੀਤੀ ਸੀਗੀ, ਆਹ ਦੋਸ਼ ਲਾਏ ਗਏ। ਇੱਦਾਂ ਦੀ ਗੱਲਬਾਤ ਜੋ ਉੱਭਰ ਕੇ ਸਾਹਮਣੇ ਬਾਅਦ ਵਿੱਚ ਆਈ ਸੀਗੀ, ਜਦੋਂ ਕਿ ਜੱਗੀ ਜੌਹਲ ਖੁਦ ਅਤੇ ਜੱਗੀ ਜੌਹਲ ਦਾ ਪਰਿਵਾਰ ਉਹ ਇਹਨਾਂ ਸਾਰੀਆਂ ਗੱਲਾਂ ਤੋਂ ਇਨਕਾਰ ਕਰਦਾ ਆ ਰਿਹਾ। ਉਹ ਕਹਿੰਦੇ ਕਿ ਨਹੀਂ, ਇੱਦਾਂ ਦੀ ਗੱਲਬਾਤ ਕੋਈ ਨਹੀਂ ਸੀਗੀ। ਹੁਣ ਗੱਲ ਇਹ ਆ ਵੀ ਜੇ ਮੰਨ ਲਓ ਜੱਗੀ ਜੌਹਲ, ਦੇਖੋ ਜੇ ਪੋਸਟਾਂ ਪਾਈਆਂ ਹੋਣਗੀਆਂ
ਸੋਸ਼ਲ ਮੀਡੀਆ ਦੇ ਉੱਪਰ ਜਾਂ ਕੋਈ ਆਪਣੀ ਕੌਮ ਦੀ ਗੱਲ ਕਰਦਾ ਹੈਗਾ, ਆਪਣੀ ਕੌਮ ਦੇ ਨਾਲ ਹੋ ਰਿਹਾ ਧੱਕੇ ਦੀ ਗੱਲ ਜੇ ਕੋਈ ਕਰਦਾ ਹੈਗਾ ਆ, ਉਹ ਤਾਂ ਦੇਖੋ ਸਾਹਮਣੇ ਬਹਿ ਕੇ ਕਰਦਾ ਨਾ। ਕੋਈ ਜਿੱਦਾਂ ਮੈਂ ਹੁਣ ਕੈਮਰੇ ਦੇ ਮੂਹਰੇ ਗੱਲ ਕਰ ਰਿਹਾ, ਮੈਂ ਸਾਹਮਣੇ ਕਰ ਰਿਹਾ ਨਾ, ਓਪਨਲੀ ਖੁੱਲ੍ਹ ਕੇ ਕਰ ਰਿਹਾ ਨਾ। ਜੇ ਆਪਣੀ ਕੌਮ ਦੀ, ਆਪਣੀ ਕਮਿਊਨਿਟੀ ਨਾਲ ਹੋ ਰਹੇ ਧੱਕੇ ਦੇ ਬਾਬਤ ਕੋਈ ਗੱਲ ਕਰਦਾ ਹੈਗਾ ਤਾਂ ਇਹ ਤਾਂ ਗੁਨਾਹ ਨਹੀਂ ਨਾ ਹੈਗਾ। ਜੇ ਕੋਈ ਵਾਜਬ ਗੱਲ ਕਰਦਾ ਹੈਗਾ, ਦੋ ਗੱਲਾਂ ਹੁੰਦੀਆਂ ਨੇ। ਇੱਕ ਹੁੰਦੀ ਗੱਲ ਭੜਕਾਉਣ ਵਾਲੀ, ਬਿਨਾਂ ਵਜ੍ਹਾ ਤੱਥਾਂ ਤੋਂ ਵਿਹੂਣੀਆਂ ਗੱਲਾਂ ਕਰ ਕਰਕੇ ਤੇ ਲੋਕਾਂ ਨੂੰ ਭੜਕਾਉਣਾ, ਉਤੇਜਿਤ ਕਰਨਾ, ਲੋਕਾਂ ਨੂੰ ਭੜਕਾਉਣਾ, ਇੱਕ ਗੱਲ ਉਹ ਹੁੰਦੀ ਆ। ਇੱਕ ਗੱਲ ਹੁੰਦੀ ਹੈ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਪਰ ਗੱਲ ਕਰਨੀ ਵੀ ਦੇਖੋ ਆਹ ਕੁਛ ਹੁੰਦਾ ਰਿਹਾ। ਜਿੱਦਾਂ ਮੈਂ ਗੱਲ ਕਰਕੇ ਹਟਿਆ ਨਾ, ਬਹੁਤ ਸਾਰੇ ਕੇਸਾਂ ਵਿੱਚ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਹੋਈਆਂ, ਭਾਰਤ ਦੀਆਂ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ ਨੇ, ਤੱਥਾਂ ਦੇ ਆਧਾਰ 'ਤੇ ਗੱਲਾਂ ਹੈਗੀਆਂ ਨੇ ਸਾਰੀਆਂ। ਇਹ ਆ ਪਿਛਲੇ ਸਮੇਂ 'ਚ ਹੋਈਆਂ ਕਈਆਂ ਨੂੰ ਵੀ ਇਹਨਾਂ ਨੇ ਫੇਕ ਐਨਕਾਊਂਟਰ ਕੀਤੇ ਸੀਗੇ, ਇਹਨਾਂ ਨੇ ਥਾਣੇ ਵਿੱਚ ਜ਼ੁਲਮ ਕੀਤੇ ਸੀਗੇ, ਇਹਨਾਂ ਨੇ ਕਈ ਸਿੰਘਾਂ ਨੂੰ ਜਿੱਦਾਂ ਕਹਿ ਲਓ ਵੀ ਖਪਾਤਾ, ਇਹ ਕਹਿਤਾ ਵੀ ਉਹ ਭਗੌੜਾ ਹੋ ਗਿਆ ਜੀ, ਸਾਡੀ ਹਿਰਾਸਤ ਵਿੱਚ ਹੈ ਨਹੀਂ ਸੀ। ਇੱਦਾਂ ਦੇ ਬਹੁਤ ਸਾਰੇ ਮਾਮਲੇ ਵਿੱਚ ਕਈਆਂ ਨੂੰ ਸਜ਼ਾਵਾਂ ਹੋਈਆਂ ਆ। ਸੋ ਆਹ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਤੱਥ ਦੇ ਆਧਾਰ ਦੇ ਉੱਪਰ ਆਪਾਂ ਗੱਲ ਕਰਦੇ ਹਾਂ। ਹੁਣ ਜੱਗੀ ਜੌਲ ਜੇ ਆਪਣੀ ਕਮਿਊਨਿਟੀ ਦੀ ਫਿਕਰ ਕਰਦਾ, ਜੇ ਸਿੱਖ ਕੌਮ ਦੀ ਫਿਕਰ ਕਰਦਾ ਜੱਗੀ ਜੌਲ, ਤਾਂ ਕੋਈ ਗੁਨਾਹ ਤਾਂ ਨਹੀਂ ਹੈਗਾ ਨਾ। ਦੇਖੋ ਮੈਂ ਗੱਲ ਉਹ ਹੀ ਕਰ ਰਿਹਾ ਹੈਗਾ। ਸੋ ਸਵਾਲ ਇਹ ਪੈਦਾ ਹੁੰਦਾ ਵੀ ਜੇ ਜੱਗੀ ਜੌਲ ਐਜ਼ ਏ ਸਿੱਖ ਆਪਣੀ ਕੌਮ ਦੀ ਫਿਕਰ ਕਰਦਾ, ਜਾਂ ਹੋਰ ਵੀ ਬਹੁਤ ਸਾਰੇ ਸਿੱਖ ਫਿਕਰ ਕਰਦੇ ਆ, ਜੇ ਸਿੱਖ ਕੌਮ ਅੱਜ ਇਹ ਗੱਲ ਕਹਿੰਦੀ ਹੈ ਕਿ ਸਾਡਾ ਕਦੀ ਆਪਦਾ ਰਾਜ ਭਾਗ ਹੁੰਦਾ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਖਾਲਸਾ ਰਾਜ, ਵੀ ਅਸੀਂ ਮੁੜ ਉਹ ਚਾਹੁੰਦੇ ਹਾਂ। ਹੁਣ ਜੇ ਜਿਹੜੀ ਮੈਂ ਗੱਲ ਕਰ ਰਿਹਾ ਹੈਗਾ ਵੀ ਜੇ ਰਾਜ ਭਾਗ ਹੋਣ ਤਾਂ ਫਿਰ ਤੁਹਾਡਾ ਸਿੱਕਾ ਵੀ ਚੱਲਦਾ ਹੋਵੇ, ਫਿਰ ਤੁਹਾਡੀ ਸੁਣਵਾਈ ਵੀ ਹੋਵੇ। ਹੁਣ ਜਿੱਦਾਂ ਬਰਤਾਨੀਆ ਉਹਨਾਂ ਦਾ ਰਾਜ ਹੈਗਾ, ਭਾਰਤ ਦੇ ਕੋਲ, ਭਾਰਤ ਦੇ ਇਹਨਾਂ ਦੇ ਕੋਲ ਆਪਦਾ ਰਾਜ ਹੈਗਾ। ਹੁਣ ਉਹ ਦੋਨਾਂ ਦੀਆਂ ਆਪਸ ਵਿੱਚ ਸੰਧੀਆਂ ਹੈਗੀਆਂ। ਹੁਣ ਤੀਆ ਬੰਦਾ ਜਿਹੜਾ ਆਮ ਨਾਗਰਿਕ ਜਾਂ ਕਿਸੇ ਖਾਸ ਕਮਿਊਨਿਟੀ ਦੇ ਨਾਲ ਸੰਬੰਧਿਤ ਬੰਦਾ, ਉਹ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਫਸਿਆ ਪਿਆ 4-5 ਵਰ੍ਹਿਆਂ ਤੋਂ। UN ਦੇਖੋ ਕਹਿਣ ਨੂੰ ਕਹਿ ਰਹੇ ਆ ਉਹ। ਹੁਣ ਮੈਂ ਬੇਨਤੀ ਕਰਾਂ, ਕਹਿ ਤਾਂ ਮੈਂ ਵੀ ਰਿਹਾ ਮੰਨ ਲਓ, ਜਾਂ ਮੇਰੇ ਵਰਗੇ ਹੋਰ ਬਹੁਤ ਸਾਰੇ ਬੰਦੇ ਆਮ ਨਾਗਰਿਕ ਵੀ ਕਹੀ ਜਾਣ, ਕਹਿਣ ਦੇ ਨਾਲ ਫਰਕ ਕੀ ਪੈਂਦਾ ਹੈਗਾ ਜਿੰਨਾ ਚਿਰ ਕੰਮ ਨਹੀਂ ਹੁੰਦਾ। ਹੁਣ ਮੈਂ ਕਹਿ ਦੇਵਾਂ ਜੀ ਫਲਾਣੇ ਬੰਦੇ ਨੂੰ ਰਿਹਾ ਕਰ ਦਿੱਤਾ ਜਾਣਾ ਚਾਹੀਦਾ, ਹੁਣੇ ਸਰਕਾਰ ਰਿਹਾ ਕਰ ਦੇਵੇ, ਉਹਦਾ ਕੀ ਆਧਾਰ ਵਾ? ਜਿਹਾ ਮੈਂ ਕਹਿ ਲਿਆ ਤੇ ਹਾਂ UNO ਨੇ ਕਹਿ ਲਿਆ, ਜਿਹਾ UNO ਨੇ ਕਹਿ ਲਿਆ ਤੇ ਹਾਂ ਮੈਂ ਕਹਿ ਲਿਆ। ਹੁਣ UNO ਦੇ ਕਹਿਣ ਵਿੱਚ ਤੇ ਮੇਰੇ ਕਹਿਣ 'ਚ ਫਰਕ ਤਾਂ ਹੋਣਾ ਚਾਹੀਦਾ ਨਾ। ਬਰਤਾਨੀਆ ਦੀ ਗਵਰਨਮੈਂਟ ਜੇ ਆਹ ਗੱਲ ਕਹਿੰਦੀ ਆ, ਉਹਦੇ ਕਹਿਣ ਵਿੱਚ ਤੇ ਮੇਰੇ ਕਹਿਣ ਵਿੱਚ, ਇੱਕ ਆਮ ਨਾਗਰਿਕ ਦੇ ਕਹਿਣ ਦੇ ਵਿੱਚ ਫਰਕ ਤੇ ਹੋਣਾ ਚਾਹੀਦਾ ਹੈ ਨਾ। ਫਿਰ ਜਿਹੜੀ ਉਹ ਗੱਲ ਕਰਦੇ ਹੈਗੇ ਆ, ਉਹਨਾਂ ਦਾ ਪ੍ਰਭਾਵ ਹੋਣਾ ਚਾਹੀਦਾ ਆ। ਉਹਨਾਂ ਦੇ ਪ੍ਰਭਾਵ ਦੇ ਆਧਾਰ ਦੇ ਉੱਪਰ ਫਿਰ ਜੇ ਉਹਨਾਂ ਨੂੰ ਲੱਗਦਾ ਕਿ ਬੰਦਾ ਬੇਕਸੂਰ ਆ, ਤਾਂ ਫਿਰ ਉਹਨਾਂ ਨੂੰ ਭਾਰਤ ਸਰਕਾਰ ਦੇ ਨਾਲ ਗੱਲ ਕਰਕੇ ਤੇ ਉਹਨੂੰ ਛਡਵਾਉਣਾ ਚਾਹੀਦਾ ਆ, ਕੁਛ ਤੇ ਹੋਣਾ ਚਾਹੀਦਾ ਹੈ ਨਾ। ਸੋ ਘੁੰਮ ਘੁਮਾ ਕੇ ਮੈਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਕਹਿਣਾ ਚਾਹੁੰਦਾ ਹੈ ਕਿ ਜਿਨ੍ਹਾਂ ਦੇ ਭਾਈ ਹੁੰਦੇ ਨੇ ਰਾਜ ਭਾਗ, ਉਹਨਾਂ ਦੀਆਂ ਸੁਣਵਾਈਆਂ ਹੁੰਦੀਆਂ ਨੇ। ਰਾਜ ਭਾਗ ਵਾਲਿਆਂ ਦੀਆਂ ਦੂਜਿਆਂ ਦੇ ਰਾਜ ਭਾਗ ਵਾਲਿਆਂ ਦੇ ਨਾਲ ਸੰਧੀਆਂ ਹੁੰਦੀਆਂ ਨੇ, ਸਮਝੌਤੇ ਹੁੰਦੇ ਨੇ। ਸਮਝੌਤੇ ਉੱਪਰ ਰੱਖੇ ਜਾਂਦੇ ਆ। ਆਮ ਜਿਹੜੇ ਨਾਗਰਿਕ ਆ ਉਹ ਭਾਵੇਂ ਜਿੱਦਾਂ ਦੀ ਮਰਜ਼ੀ ਚੱਕੀ ਦੇ ਵਿੱਚ ਪਿਸਦੇ ਰਹਿਣ, ਕੋਈ ਆਧਾਰ ਨਹੀਂ ਹੈਗਾ। ਮੈਂ ਅੱਜ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹ ਰਿਹਾ ਸੀਗਾ, ਇਹ ਤਾਂ ਜੱਗੀ ਜੌਲ ਹੋਰਾਂ ਦੀ ਗੱਲ ਹੋ ਗਈ। ਛੋਟੀ ਜਿਹੀ ਗੱਲ ਕਰਕੇ ਸਮਾਪਤੀ ਕਰਦਾ। ਇੱਥੇ ਪੰਜਾਬ ਦੇ ਵਿੱਚ ਹੀ ਨਾ ਕਿਸੇ ਅਦਾਲਤ ਦੇ ਵਿੱਚ ਇੱਕ ਨੌਜਵਾਨ ਮੁੰਡਾ, ਮੇਰਾ ਖਿਆਲ 23 ਕੁ ਸਾਲ ਦੀ ਉਹਦੀ ਉਮਰ ਵਾ, ਇੱਕ ਖਿਡੌਣੇ ਵਾਲੇ ਪਿਸਤੌਲ ਨਾਲ ਲੈ ਕੇ ਅਦਾਲਤ ਦੇ ਵਿੱਚ ਚਲਾ ਗਿਆ। ਆਪਣੀ ਪੁੜਪੜੀ ਦੇ ਉੱਪਰ ਪਿਸਤੌਲ ਰੱਖੀ, ਲੇਡੀ ਜੱਜ ਸੀਗੀ, ਪਿਸਤੌਲ ਤਾਣ ਕੇ ਕਹਿੰਦਾ ਵੀ ਮੈਨੂੰ ਇਨਸਾਫ ਦੇ ਦਿਓ ਭਾਈ, ਮੈਡਮ ਜੀ ਮੈਨੂੰ ਇਨਸਾਫ ਦੇ ਦਿਓ, ਨਹੀਂ ਤਾਂ ਮੈਂ ਲੱਗਿਆ ਹੀ ਆਪਣੇ ਗੋਲੀ ਮਾਰਨ। ਮੈਂ ਸਿਰ ਦੇ ਉੱਪਰ ਕੱਫਣ ਬੰਨ੍ਹ ਕੇ ਆਇਆ ਹੋਇਆ। ਹਫੜਾ ਦਫੜੀ ਮਚ ਗਈ, ਸੁਭਾਵਿਕ ਸੀ। ਉੱਥੇ ਲਾਗੇ ਹੋਰ ਸੀਗੇ ਮੁਲਾਜ਼ਮ, ਉਹਨਾਂ ਨੇ ਫਿਰ ਹਿੰਮਤ ਜੇ ਕਰ ਕੇ ਉਹਨੂੰ ਫੜ ਲਿਆ। ਜਦੋਂ ਫੜ ਕੇ ਉਹਦੇ ਹੱਥੋਂ ਪਿਸਤੌਲ ਖੋਈ ਤਾਂ ਪਤਾ ਲੱਗਾ ਉਹ ਲੈ ਇਹ ਤਾਂ ਖਿਡੌਣਾ ਹੀ ਸੀਗਾ, 150 ਰੁਪਏ ਦੀ ਖਰੀਦ ਕੇ ਲੈ ਕੇ ਆਇਆ ਸੀਗਾ। ਬਾਅਦ ਵਿੱਚ ਉਸ ਨੌਜਵਾਨ ਨੇ ਜੋ ਦੱਸਿਆ, ਕਹਿੰਦਾ ਮੇਰੇ 'ਤੇ ਚੋਰੀ ਦੇ ਇਲਜ਼ਾਮ ਲਗਾਏ ਗਏ ਆ, ਤਾਜ਼ਾ ਕਹਿੰਦਾ ਮੇਰਾ ਵਿਆਹ ਹੋਇਆ ਸੀਗਾ, ਮੈਨੂੰ ਕੋਈ ਕੰਮ 'ਤੇ ਨਹੀਂ ਰੱਖਦਾ, ਵਿਹਲਾ ਹੀ ਕਦੀ ਇੱਧਰ ਕਦੀ ਉੱਧਰ ਇੱਦਾਂ ਹੀ ਕਹਿੰਦਾ ਮੈਂ ਅਵਾਰਾ ਹੀ ਘੁੰਮਦਾ ਫਿਰਦਾ ਪਿਆ। ਕਹਿੰਦਾ ਮੈਂ ਇੰਨਾ ਦੁਖੀ ਹੋਇਆ, ਇੰਨਾ ਕਲਪਿਆ। ਜਦੋਂ ਆਪਾਂ ਜਿਹੜੇ ਬੰਦਿਆਂ ਦਾ ਬਾਹ ਪੈਂਦਾ ਨਾ ਕੋਰਟ ਕਚਹਿਰੀਆਂ ਦੇ ਨਾਲ, ਉਹ ਬੰਦੇ ਦੱਸਦੇ ਆ, ਕਹਿੰਦੇ ਉੱਥੇ ਤੇ ਕੰਧਾਂ ਵੀ ਪੈਸੇ ਮੰਗਦੀਆਂ। ਫਿਰ ਉਸ ਨੌਜਵਾਨ ਨੇ ਆਹ ਵੀ ਗੱਲ ਕਹੀ ਆ, ਕਹਿੰਦਾ ਮੈਂ ਜੇ ਨਾ ਆਪਣੇ ਕੇਸ ਦੇ ਨਾਲ ਸੰਬੰਧਿਤ ਕੋਈ ਜਾਣਕਾਰੀ ਕਿਸੇ ਦੇ ਕੋਲੋਂ ਲੈਣੀ ਹੋਵੇ ਤਾਂ ਮੇਰੇ ਕੋਲ ਰਿਸ਼ਵਤ ਦੇ ਪੈਸੇ ਮੰਗਦੇ ਆ, ਅਤੇ ਮੈਂ ਤਾਂ ਵਿਹਲਾ ਘੁੰਮਣ ਡਿਆ। ਕਹਿੰਦਾ ਕੰਮ ਮੇਰੇ ਕੋਲ ਕੋਈ ਹੈ ਨਹੀਂ, ਕੰਮ ਤੇ ਮੈਨੂੰ ਕੋਈ ਰੱਖਦਾ ਨਹੀਂ, ਕਿਉਂਕਿ ਮੇਰੇ 'ਤੇ ਚੋਰੀ ਦੇ ਇਲਜ਼ਾਮ ਲੱਗੇ ਹੋਏ ਆ। ਸੋ ਗੱਲ ਇਹ ਆ ਬਈ ਉਹ ਕਹਿੰਦਾ ਮੈਨੂੰ ਇਨਸਾਫ ਦੇ ਦਿਓ, ਜੇ ਚੋਰੀ ਕੀਤੀ ਹੈ ਇਨਸਾਫ ਦੇ ਦਿਓ। ਬਹੁਤ ਸਾਰੇ ਕੇਸ ਇੱਥੇ ਇੱਦਾਂ ਦੇ ਹੈਗੇ ਜਿਹੜੇ ਲੰਬੇ ਸਮੇਂ ਤੋਂ ਸਾਲਾਂ ਬੱਧੀ ਬੀਤ ਗਏ ਆ, ਕੇਸਾਂ ਦੇ ਫੈਸਲੇ ਹੀ ਨਹੀਂ ਹੋਏ ਹੈਗੇ। ਸੋ ਇਹ ਇੱਕ ਫੇਲੀਅਰ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਖੈਰ ਆਪਾਂ ਮੁੜਾ ਕੇ ਜੱਗੀ ਜੌਲ ਹੋਰਾਂ ਦੀ ਗੱਲ ਦੇ ਉੱਪਰ ਹੀ ਲਿਆ ਕੇ ਸਮਾਪਤੀ ਕਰਦੇ ਹਾਂ। UNO
ਔਰ ਬਰਤਾਨੀਆ ਦੀ ਗਵਰਨਮੈਂਟ ਨੂੰ ਜੇ ਸੱਚਮੁੱਚ ਲੱਗਦਾ ਕਿ ਜੱਗੀ ਜੌਹਲ ਬੇਕਸੂਰ ਹੈ ਤਾਂ ਉਹਨਾਂ ਨੂੰ ਫਿਰ ਮਾਮਲੇ 'ਚ ਦਖਲ ਅੰਦਾਜ਼ੀ ਕਰਕੇ ਸੱਚ ਸਾਹਮਣੇ ਲੈ ਕੇ ਆਉਣਾ ਚਾਹੀਦਾ। ਉਹਨਾਂ ਨੂੰ ਆਪਣੇ ਮੁਲਕ ਦੇ ਨਾਗਰਿਕ ਨੂੰ ਛੁਡਵਾ ਕੇ ਤੇ ਆਪਣੇ ਮੁਲਕ ਦੇ ਵਿੱਚ ਆਪਣੇ ਘਰ ਦੇ ਵਿੱਚ ਵਾਪਸ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ। ਜਾਂ ਫਿਰ ਕੇਵਲ ਗੱਲਾਂ ਹੀ ਕਰਨੀਆਂ ਹੈਗੀਆਂ ਤੇ ਭਾਈ ਗੱਲਾਂ ਤੇ ਅਸੀਂ ਵੀ ਕਰੀ ਜਾਂਦੇ ਹਾਂ, ਆਮ ਨਾਗਰਿਕ ਵੀ ਸੋਸ਼ਲ ਮੀਡੀਆ ਤੇ ਕਰੀ ਜਾਂਦੇ ਹੈਗੇ ਆ, ਪਰ ਆਮ ਨਾਗਰਿਕਾਂ ਦੇ ਗੱਲ ਕਰਨ ਤੇ ਤੁਹਾਡੇ ਗੱਲ ਕਰਨ ਦੇ ਵਿੱਚ ਕੋਈ ਨਾ ਕੋਈ ਫਰਕ ਜ਼ਰੂਰ ਹੋਣਾ ਚਾਹੀਦਾ। ਇੱਦਾਂ ਦੇ ਹਾਲਾਤ ਨਹੀਂ ਬਹੁਤੇ ਹੋਣੇ ਚਾਹੀਦੇ ਕਿ ਜਿਹੜੇ ਮੁਲਕਾਂ ਦੇ ਆਪਸੀ ਸੰਬੰਧ ਹੈਗੇ ਆ ਉਹਨਾਂ ਨੂੰ ਪ੍ਰਮੁੱਖਤਾ ਦਿੱਤੀ ਜਾਵੇ ਤੇ ਆਮ ਨਾਗਰਿਕ ਪਿਸਦੇ ਰਹਿਣ। ਇੱਦਾਂ ਨਹੀਂ ਹੋਣਾ ਚਾਹੀਦਾ। ਜੱਗੀ ਜੌਹਲ ਹੀ ਨਹੀਂ, ਮਾਤੜ ਤੋਂ ਮਾਤੜ ਜਿਹੜਾ ਕਮਜ਼ੋਰ ਤੋਂ ਕਮਜ਼ੋਰ ਬੰਦਾ ਭਾਵੇਂ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧਿਤ ਕਿਉਂ ਨਾ ਹੋਵੇ ਉਹਦੇ ਨਾਲ ਵੀ ਧੱਕਾ ਨਹੀਂ ਹੋਣਾ ਚਾਹੀਦਾ, ਉਹਨੂੰ ਵੀ ਨਿਆਂ ਮਿਲਣਾ ਚਾਹੀਦਾ ਹੈਗਾ। ਇਸ ਕਰਕੇ ਆਪਾਂ ਬਾਰ-ਬਾਰ ਇਹ ਗੱਲ ਬੋਲਦੇ ਹਾਂ ਕਿ ਅੱਜ ਸਰਵੋਤਮ ਰਾਜਾ ਤੇ ਸਰਵੋਤਮ ਰਾਜ, ਖਾਲਸਾ ਰਾਜ ਤੇ ਸਰਵੋਤਮ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਭਾਗ, ਜਿਸ ਰਾਜ ਦੇ ਵਿੱਚ ਬਾਰੇ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਉਸ ਰਾਜ ਦੇ ਵਿੱਚ ਸਭ ਨੂੰ ਨਿਆਂ ਮਿਲਦਾ ਸੀਗਾ, ਉਸ ਰਾਜ ਦੇ ਵਿੱਚ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਸੀ, ਉਸ ਰਾਜ ਦੇ ਵਿੱਚ ਧਾਰਮਿਕ ਆਧਾਰ ਦੇ ਉੱਪਰ ਵੀ ਕਿਸੇ ਦੇ ਨਾਲ ਪੱਖਪਾਤ ਨਹੀਂ ਸੀ ਹੁੰਦਾ, ਉਸ ਰਾਜ ਦੇ ਵਿੱਚ ਕਿਸੇ ਦਾ ਜਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ, ਉਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਅਸਥਾਨ ਨੂੰ ਜਬਰੀ ਢਹਿ ਢੇਰੀ ਨਹੀਂ ਕੀਤਾ ਗਿਆ। ਸੋ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਉੱਦਾਂ ਦੇ ਰਾਜ ਭਾਗ ਕਾਸ਼ ਕਿਤੇ ਸਥਾਪਿਤ ਹੋ ਜਾਣ ਉਸ ਰਾਜ ਦੇ ਵਿੱਚ। ਫਿਰ ਨਾ ਤੇ ਜੱਗੀ ਜੌਹਲ ਜੇ ਕਸੂਰਵਾਰ ਹੈ ਤਾਂ ਸਜ਼ਾ ਮਿਲੇ, ਜੇ ਨਹੀਂ ਕਸੂਰਵਾਰ ਤਾਂ ਫਿਰ ਬਿਨਾਂ ਵਜ੍ਹਾ ਤੋਂ 4-4 5-5 ਵਰੇ 32-32 ਵਰੇ ਜੇਲ੍ਹਾਂ ਦੀਆਂ ਚਾਰ ਦੀਵਾਰੀਆਂ ਦੇ ਅੰਦਰ ਕਿਸੇ ਨੂੰ ਵੀ ਬਿਤਾਉਣੇ ਨਾ ਪੈਣ। ਭਾਵੇਂ ਜੱਗੀ ਜਗਤਾਰ ਸਿੰਘ ਹੋਵੇ ਜੱਗੀ ਜੌਹਲ, ਭਾਵੇਂ ਕੋਈ ਸ਼ਰਮਾ ਹੋਵੇ, ਭਾਵੇਂ ਕੋਈ ਵਰਮਾ ਹੋਵੇ, ਜਿੱਦਾਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਸੀਗਾ, ਕਾਸ਼ ਕਿਤੇ ਅਕਾਲ ਪੁਰਖ ਕਿਰਪਾ ਕਰੇ ਉੱਦਾਂ ਦੇ ਰਾਜ ਭਾਗ ਹੋਣ। ਵਰਮੇ, ਸ਼ਰਮੇ, ਕੁਮਾਰ, ਦੇਵ, ਜਿਹਦੇ ਮਗਰ ਸਿੰਘ ਲੱਗਦਾ, ਜਿਹਦੇ ਮਗਰ ਕੌਰ ਲੱਗਦਾ, ਜਿਹਦੇ ਮਗਰ ਕੁਛ ਵੀ ਲੱਗਦਾ ਹੈਗਾ, ਭਾਵੇਂ ਕਾਮਰੇਡ ਹੋਵੇ, ਭਾਵੇਂ ਕੋਈ ਜਿਹੜਾ ਰੱਬ ਦੀ ਹੋਂਦ ਨੂੰ ਵੀ ਨਾ ਮੰਨਦਾ ਹੋਵੇ, ਭਾਵੇਂ ਉਹ ਵੀ ਕਿਉਂ ਨਾ ਹੋਵੇ, ਉਹ ਵੀ ਖੁਸ਼ਹਾਲ ਰਹਿ ਸਕੇ। ਇਸ ਕਰਕੇ ਇੱਦਾਂ ਦੇ ਰਾਜ ਭਾਗ ਦੀ ਕਲਪਨਾ ਕਰਦੇ ਹਾਂ, ਕਿਉਂਕਿ ਵਰਨਾ ਸਾਰੇ ਹਾਲਾਤ ਜੱਗੀ ਜੌਹਲ ਦੇ ਮਾਮਲੇ 'ਚ ਆਪਾਂ ਦੇਖ ਹੀ ਲਏ ਨੇ। ਇਹ ਖਬਰ ਸੀ ਅਖਬਾਰ ਦੀ, ਮੈਂ ਤੁਹਾਨੂੰ ਪੜ੍ਹ ਕੇ ਸੁਣਾਤੀ। UNO ਦੀ ਜਿਹੜੀ ਰਿਪੋਰਟ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਤੀ ਹੈ। ਬਰਤਾਨੀਆ ਦੀ ਸਰਕਾਰ ਦਾ ਕੀ ਕਹਿਣਾ ਵੱਖ-ਵੱਖ ਸਮਿਆਂ ਦੇ ਉੱਪਰ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ। ਭਾਰਤ ਸਰਕਾਰ ਨੂੰ ਉਹ ਕਹਿੰਦੇ ਰਹੇ ਆ ਕਿ ਭਾਈ ਤੁਸੀਂ ਧੱਕਾ ਜਿਹਾ ਕਰ ਰਹੇ ਹੈਗੇ ਆ ਸਾਡੇ ਦੇਸ਼ ਦੇ ਨਾਗਰਿਕ ਦੇ ਨਾਲ। ਸੋ ਜੇ ਧੱਕਾ ਹੋ ਰਿਹਾ ਭਾਈ ਤਾਂ ਜਿਹੜੀ ਹਕੂਮਤ ਧੱਕਾ ਕਰ ਰਹੀ ਹੈ ਆਪਣਾ ਪ੍ਰਭਾਵ ਵਰਤ ਕੇ ਤੇ ਫਿਰ ਉਸ ਹਕੂਮਤ ਦੇ ਕੋਲੋਂ ਆਪਣੇ ਦੇਸ਼ ਦੇ ਨਾਗਰਿਕ ਨੂੰ ਛੁਡਵਾ ਕੇ ਲੈ ਕੇ ਜਾਓ, ਬੰਨੇ ਕੰਢੇ ਲੱਗੋ, ਕੇਵਲ ਗੱਲਾਂ ਨਾ ਕਰੋ। ਗੱਲਾਂ ਸਾਨੂੰ ਪੱਤਰਕਾਰਾਂ ਨੂੰ ਬਹੁਤ ਆਉਂਦੀਆਂ, 5-5 ਘੰਟੇ ਭਾਵੇਂ ਸਾਨੂੰ ਬੁਲਵਾਈ ਚਲੋ, ਕੰਮ ਕਰੋ ਕੰਮ ਕਰੋ। ਸੋ ਕਹਿਣ ਲੋਕ ਕਿ ਹਾਂ ਬਈ ਇਹਨਾਂ ਦਾ ਰਾਜ ਭਾਗ ਵਧੀਆ ਹੈਗਾ। ਉਮੀਦ ਕਰਦੇ ਹਾਂ ਤੇ ਭਈ ਛੇਤੀ ਤੋਂ ਛੇਤੀ ਇਨਸਾਫ ਹੋਵੇ। ਜੇ ਵਾਕਈ ਜਗਤਾਰ ਸਿੰਘ ਜੱਗੀ ਜੌਹਲ ਬੇਕਸੂਰ ਹੈ, ਜੇ ਉਹ UNO ਨੂੰ ਵੀ ਲੱਗਦਾ ਤੇ ਬਰਤਾਨੀਆ ਦੀ ਗਵਰਨਮੈਂਟ ਨੂੰ ਵੀ ਲੱਗਦਾ, ਤਾਂ ਫਿਰ ਭਾਈ ਜਲਦੀ ਤੋਂ ਜਲਦੀ ਇਨਸਾਫ ਹੋਣਾ ਚਾਹੀਦਾ। ਆਪਾਂ ਤੇ ਇਹੀ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ।